ਕੈਨੇਡੀਅਨ ਚੋਣ ਪ੍ਰਚਾਰ ਦੌਰਾਨ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਟੀਆਂ ਮਾਰੀਆਂ ਗਈਆਂ। ਉਸ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। NDP ਆਗੂ ਜਗਮੀਤ ਸਿੰਘ ਦੇ ਖਿਲਾਫ ਯੋਜਨਾਬੱਧ ਮੁਜ਼ਾਹਰੇ ਈਸਟ ਐਂਡ ਵੈਸਟ ਕੋਸਟ 'ਤੇ ਹੋ ਰਹੇ ਆ ਤੇ ਨਾਲ ਦੀ ਨਾਲ ਗੱਲ ਕਰਾਂਗੇ ਸਰੀ ਦੇ ਮੇਅਰ ਡੱਗ ਮਕੱਲਮ ਹੋਣਾ ਦੀ ਕਿ ਉਹਨਾਂ ਦੇ ਸੱਟ ਕਿਵੇਂ ਲੱਗੀ ਹੈ। ਨੋਵਾ ਸਕੋਸ਼ੀਆ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਦੇ ਸਥਾਨਕ ਪੰਜਾਬੀਆਂ 'ਚ ਡਰ ਅਤੇ ਸਹਿਮ ਦਾ ਮਾਹੌਲ ਆ। ਨਾਲ ਹੀ ਤੁਹਾਨੂੰ ਲੈ ਕੇ ਚੱਲਾਂਗੇ ਅਫਗਾਨਿਸਤਾਨ, ਕੀ ਉੱਥੋਂ ਅਪਡੇਟ ਆ ਰਹੀ ਆ। ਭਾਰਤ ਦੇ ਇੱਕ ਪਿੰਡ ਦੇ ਵਿੱਚ ਮੀਂਹ ਪਵਾਉਣ ਦੇ ਲਈ ਇੱਕ ਅਨੋਖਾ ਕਾਰਾ ਜਿਹੜਾ ਆ ਉਹ ਕੀਤਾ ਗਿਆ ਆ ਤੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਮਾਇਆਵਤੀ ਦੀ, ਜਿਨ੍ਹਾਂ ਨੇ ਹੁਣ UP ਦੇ ਵਿੱਚ ਨਵਾਂ ਨਾਅਰਾ ਦੇ ਦਿੱਤਾ ਆ। ਅਖੀਰ 'ਚ ਗੱਲ ਕਰਾਂਗੇ ਕਰਨਾਲ ਦੇ ਵਿੱਚ ਲੱਗੇ ਕਿਸਾਨ ਮੋਰਚੇ ਦੀ, ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇਸ ਵੇਲੇ 2 ਲੱਖ ਤੋਂ ਉੱਪਰ ਕਿਸਾਨ ਮਿੰਨੀ ਸਕੱਤਰ ਤੇ ਜਿਹੜੇ ਆ ਘੇਰ ਕੇ ਬੈਠੇ ਆ। ਇੱਕ ਵਾਰ ਫਿਰ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਗੱਲ ਕਰਾਂਗੇ ਆਪਾਂ ਕੈਨੇਡਾ ਦੀਆਂ ਚੋਣਾਂ ਦੀ। ਕੈਨੇਡੀਅਨ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਇਸ ਵੇਲੇ ਸਿਖਰਾਂ 'ਤੇ ਪਹੁੰਚਿਆ ਹੋਇਆ। ਉੱਥੇ ਨਾਲ ਦੀ ਨਾਲ ਕੁਝ ਮੰਦਭਾਗੀਆਂ ਖਬਰਾਂ ਜਿਹੜੀਆਂ ਉਹ ਵੀ ਆ ਰਹੀਆਂ। ਅੰਟਾਰੀਓ ਦੇ ਸ਼ਹਿਰ ਲੰਡਨ ਵਿਖੇ ਜਦੋਂ ਜਸਟਿਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਆ, ਲਿਬਰਲ ਪਾਰਟੀ ਦੇ ਮੁਖੀ ਵੀ ਆ, ਉਹ ਚੋਣ ਪ੍ਰਚਾਰ ਕਰਕੇ ਵਾਪਸ ਆਪਣੀ ਬੱਸ ਵੱਲ ਜਾ ਰਹੇ ਸੀਗੇ ਤਾਂ ਉੱਥੇ ਕੁਝ ਮੁਜ਼ਾਹਰਾਕਾਰੀਆਂ ਨੇ ਉਹਨਾਂ ਦੇ ਵੱਟੀਆਂ ਮਾਰੀਆਂ। ਚਿੱਟੀ ਗ੍ਰੈਵਲ ਜਿਹੜੀ ਆ ਉਹ ਮਾਰੀ ਦੱਸੀ ਜਾ ਰਹੀ ਹੈ। ਸੋ ਪ੍ਰਧਾਨ ਮੰਤਰੀ ਜਿਹੜੇ ਆ ਪੂਰੇ ਮੁਲਕ ਵਿੱਚ ਘੁੰਮ ਕੇ ਚੋਣ ਪ੍ਰਚਾਰ ਕਰ ਰਹੇ ਆ। BC ਦੇ ਵਿੱਚ ਵੀ ਉਹਨਾਂ ਦਾ ਵਿਰੋਧ ਜਿਹੜਾ ਆ ਮੁਜ਼ਾਹਰਾਕਾਰੀਆਂ ਵੱਲੋਂ ਕੀਤਾ ਗਿਆ। ਅਜਿਹਾ ਹੀ ਅੰਟਾਰੀਓ ਦੇ ਵਿੱਚ ਵੀ ਹੋਇਆ। BC ਦੇ ਵਿੱਚ ਤਾਂ ਮਾੜੀ ਸ਼ਬਦਾਵਲੀ ਵਰਤ ਕੇ ਗਾਲਾਂ ਕੱਢ ਕੇ ਸਰ ਗਿਆ ਸੀ, ਪਰ ਅੰਟਾਰੀਓ ਦੇ ਵਿੱਚ ਵੱਟੀਆਂ ਮਾਰਨ ਤੱਕ ਜਿਹੜੀ ਗੱਲ ਆ ਉਹ ਪਹੁੰਚ ਗਈ ਆ। ਵੱਟੀਆਂ ਮਾਰਨ ਵਾਲੇ ਲੋਕ ਜਿਹੜੇ ਆ ਉਸ ਸੋਚ ਦੇ ਨਾਲ ਜਿਹੜੇ ਸੰਬੰਧਿਤ ਸਮਝੇ ਜਾ ਰਹੇ ਆ, ਜਿਹੜੇ ਕਿ ਵੈਕਸੀਨ ਦਾ ਵਿਰੋਧ ਕਰ ਰਹੇ ਆ। ਜਿਹੜੇ ਲੋਕ ਇਹ ਕਹਿ ਰਹੇ ਆ ਕਿ ਵੈਕਸੀਨ ਧੱਕੇ ਨਾਲ ਸਾਡੇ ਲਵਾਏ ਜਾ ਰਹੇ ਆ ਅਤੇ ਵੈਕਸੀਨ ਪਾਸਪੋਰਟ ਬਣਾਉਣਾ ਜਿਹੜੀ ਸਾਡੀ ਆਜ਼ਾਦੀ ਖੋਹਣਾ ਆ, ਇਸ ਗੱਲ ਕਰਕੇ ਉਹ ਟਰੂਡੋ ਦਾ ਜਿਹੜਾ ਆ ਵਿਰੋਧ ਕਰ ਰਹੇ ਆ। ਸੋ ਖੁਦ ਟਰੂਡੋ ਨੇ ਵੀ ਇਹੀ ਗੱਲ ਜਿਹੜੀ ਕਹੀ ਆ ਕਿ ਉਹਨਾਂ ਦਾ ਵਿਰੋਧ ਕਰਨ ਵਾਲੇ ਜਿਹੜੇ ਆ ਐਂਟੀ ਵੈਕਸ ਮੌਬਸ ਹੈਗੀਆਂ ਆ। ਉਹ ਕਹਿੰਦੇ ਪਰ ਇਹ ਵਿਰੋਧ ਜਿਹੜਾ ਆ ਇਹ ਚਾਹੇ ਉਹ ਸ਼ਬਦਾਵਲੀ ਦੇ ਰੂਪ ਦੇ ਵਿੱਚ ਆ ਚਾਹੇ ਹਿੰਸਕ ਆ, ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਦਾ। ਉਹ ਖੁਦ ਚੋਣ ਪ੍ਰਚਾਰ ਕਰਦੇ ਰਹਿਣਗੇ ਅਤੇ ਆਪਣੀ ਆਜ਼ਾਦੀ ਦੇ ਹੱਕ ਦਾ ਇਸਤੇਮਾਲ ਜਿਹੜਾ ਆ ਉਹ ਕਰਦੇ ਰਹਿਣਗੇ। ਇਸ ਘਟਨਾ ਦੀ NDP ਦੇ ਆਗੂ ਜਗਮੀਤ ਸਿੰਘ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਆ ਅਤੇ ਅਜਿਹੇ ਲੋਕਾਂ ਨੂੰ ਪਰੇਸ਼ਾਨ ਲੋਕ ਜਿਹੜਾ ਆ ਉਹ ਦੱਸਿਆ ਆ। ਉਹ ਕਹਿੰਦੇ ਵੀ ਮੇਰੀ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਜਸਟਿਨ ਟਰੂਡੋ ਦੇ ਨਾਲ ਸਹਿਮਤੀ ਹੋ ਸਕਦੀ ਆ, ਪਰ ਇਹ ਬਿਲਕੁਲ ਗਲਤ ਹੈ ਕਿ ਕਿਸੇ ਦੇ ਵੱਟੀਆਂ ਮਾਰੀਆਂ ਜਾਣ। ਉਹ ਕਹਿੰਦੇ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਸਾਰਾ ਕੁਛ ਮੈਂ 2021 ਦੇ ਵਿੱਚ ਦੇਖ ਰਿਹਾ ਹਾਂ। ਮੈਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਚੋਣ ਪ੍ਰਚਾਰ ਦੇ ਦੌਰਾਨ ਅਜਿਹੇ ਪੱਥਰ ਸੁੱਟਣੇ ਜਿਹੜੇ ਆ ਉਹ ਲੋਕਾਂ ਦੇ ਵੱਲੋਂ ਇਹ ਗੱਲ ਸਹੀ ਨਹੀਂ ਹੈਗੀ। ਇਸ ਤਰ੍ਹਾਂ ਆਟੋਵਾ ਦੇ ਵਿੱਚ ਗੱਲਬਾਤ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਐਰਨ ਓਟੂਲ ਨੇ ਵੀ ਇਹੀ ਗੱਲ ਆਖੀ ਹੈ। ਉਹ ਕਹਿੰਦੇ ਵੀ ਟਰੂਡੋ ਦੇ ਨਾਲ ਮੇਰੀਆਂ ਲੱਖ ਸਹਿਮਤੀਆਂ ਹੋਣ, ਪਰ ਜਿਹੜੀ ਆਹ ਗੱਲਬਾਤ ਕੀਤੀ ਗਈ ਆ, ਵੱਟੀਆਂ ਮਾਰੀਆਂ ਗਈਆਂ ਆ, ਇਹ ਗੱਲ ਗਲਤ ਆ। ਕਹਿੰਦੇ ਕੈਨੇਡੀਅਨ ਲੀਡਰਸ ਦਾ ਹੱਕ ਆ ਕਿ ਉਹ ਚੋਣ ਪ੍ਰਚਾਰ ਦੇ ਦੌਰਾਨ ਆਪਣੇ ਆਜ਼ਾਦੀ ਦੇ ਹੱਕ ਦੀ ਵਰਤੋਂ ਕਰਦਿਆਂ ਜਿਹੜੇ ਇਲਾਕੇ ਦੇ ਵੋਟਰ ਆ ਉਹਨਾਂ ਨਾਲ ਗੱਲਬਾਤ ਕਰਨ। ਸੋ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਡਰਾਉਣਾ, ਧਮਕਾਉਣਾ, ਹਰਾਸ ਕਰਨਾ ਜਾਂ ਹਿੰਸਕ ਤਰੀਕੇ ਦੇ ਨਾਲ ਰੋਕਣਾ ਜਿਹੜਾ ਆ ਕੈਨੇਡੀਅਨ ਸਮਾਜ ਦੇ ਵਿੱਚ ਇਹ ਪ੍ਰਵਾਨ ਕਰਨ ਯੋਗ ਨਹੀਂ ਹੈਗਾ। ਆਮ ਲੋਕਾਂ ਨੇ ਵੀ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਉਹ ਕਹਿੰਦੇ ਵੀ ਕੈਨੇਡਾ ਦੇ ਵਿੱਚ ਅਜਿਹੀਆਂ ਗੱਲਾਂ ਜਿਹੜੀਆਂ ਹੋਣੀਆਂ ਉਹ ਚੰਗੀਆਂ ਨਹੀਂ ਹੈਗੀਆਂ। ਤੁਸੀਂ ਵਿਰੋਧ ਕਰ ਸਕਦੇ ਆ, ਤੁਹਾਡੇ ਕੋਲ ਵੋਟ ਦਾ ਹੱਕ ਹੈਗਾ ਆ। ਜਿਹੜਾ ਲੀਡਰ ਤੁਹਾਨੂੰ ਨਹੀਂ ਪਸੰਦ ਹੈਗਾ, ਜਿਹੜਾ ਪਸੰਦ ਆ ਤੁਸੀਂ ਉਹਦੇ ਹੱਕ 'ਚ ਵੋਟਾਂ ਪਾ ਸਕਦੇ ਆ, ਦੂਏ ਦੇ ਵਿਰੋਧ 'ਚ ਪਾ ਸਕਦੇ ਆ, ਪਰ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਇੱਕ ਐਡੇ ਵੱਡੇ ਆਗੂ ਦੇ ਤੁਸੀਂ ਵੱਟੀਆਂ ਮਾਰੋ ਜਾਂ ਉਹਨੂੰ ਗਲਤ ਸ਼ਬਦਾਵਲੀ ਵਰਤੋਂ, ਉਹਦੇ ਪਰਿਵਾਰ ਬਾਰੇ ਗਲਤ ਬੋਲੋ। ਅਜਿਹਾ ਕੁਝ ਬਿਲਕੁਲ ਵੀ ਪ੍ਰਵਾਨਯੋਗ ਨਹੀਂ ਹੈਗਾ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਜਗਮੀਤ ਸਿੰਘ ਉਹਨਾਂ ਦੀ। ਜਗਮੀਤ ਸਿੰਘ ਜਿਹੜੇ ਕਿ NDP ਦੇ ਪਾਰਟੀ ਦੇ ਆਗੂ ਨੇ ਜੀ, ਉਹਨਾਂ ਦੇ ਖਿਲਾਫ ਵੀ ਯੋਜਨਾਬੱਧ ਮੁਜ਼ਾਹਰੇ ਜਿਹੜੇ ਈਸਟ ਅਤੇ ਵੈਸਟ ਕੋਸਟ ਦੇ ਵਿੱਚ ਹੋ ਰਹੇ ਆ। ਇੱਕ ਮੁਜ਼ਾਹਰਾ ਟੋਰਾਂਟੋ ਵਿਖੇ ਹੋਇਆ ਅਤੇ ਦੂਜਾ ਜਿਹੜਾ ਮੁਜ਼ਾਹਰਾ ਹੈ ਵੈਨਕੂਵਰ ਦੇ ਗੁਆਂਢੀ ਸ਼ਹਿਰ ਬਰਨਬੀ ਵਿਖੇ ਹੋਇਆ, ਜਿੱਥੇ ਕਿ ਉਹ MP ਦੀ ਰਾਈਡਿੰਗ ਜਿੱਤੇ ਹੋਏ ਆ। ਸੋ ਕਮਾਲ ਦੀ ਗੱਲ ਇਹ ਹੈ ਕਿ ਇਸ ਮੁਜ਼ਾਹਰੇ ਦੇ ਵਿੱਚ ਬਹੁਤ ਗਿਣਤੀ ਲੋਕ ਜਿਹੜੇ ਸ਼ਾਮਲ ਸੀਗੇ ਉਹ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਸੀਗੇ ਅਤੇ ਸੱਦਾ ਵੀ ਜਿਹੜਾ ਆ ਉਹ ਅਜਿਹਾ ਹੀ ਦਿੱਤਾ ਗਿਆ ਸੀਗਾ ਕਿ ਹਿੰਦੂ ਭਾਈਚਾਰੇ ਦੇ ਲੋਕ ਜਿਹੜੇ ਆ ਹੁਮਾ ਕੇ ਸ਼ਾਮਲ ਹੋਣ। ਸਾਡੇ ਕੋਲ ਪ੍ਰਾਪਤ ਹੋਏ ਇੱਕ WhatsApp ਸੁਨੇਹੇ ਦੇ ਵਿੱਚ ਸੁਸ਼ੀਲ ਨਾਗਰ ਦੇ ਇੱਕ ਵਿਅਕਤੀ ਜਿਨ੍ਹਾਂ ਨੇ ਕਿ ਆਪਣਾ ਫ਼ੋਨ ਨੰਬਰ ਵੀ ਦਿੱਤਾ ਹੋਇਆ, ਇਹ ਸੱਦਾ ਦਿੱਤਾ ਹੋਇਆ। ਅੰਗਰੇਜ਼ੀ ਦੇ ਵਿੱਚ ਸੱਦਾ ਪਹੁੰਚਿਆ, ਪਰ ਉਹਦੀ ਮੈਂ ਪੰਜਾਬੀ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ। ਉਹ ਕਹਿੰਦੇ ਵੀ ਜਿਹੜੇ ਹਿੰਦੂ ਵੈਨਕੂਵਰ ਲੋਅਰ ਮੇਨ ਇਲਾਕੇ ਵਿੱਚ ਰਹਿੰਦੇ ਆ, ਇਹ ਸੱਦਾ ਉਹਨਾਂ ਦੇ ਵਾਸਤੇ ਆ ਕਿ ਅਸੀਂ ਜਗਮੀਤ ਸਿੰਘ ਦੇ ਉਲਟ ਲੰਘੇ ਵੀਕਐਂਡ ਦੇ ਉੱਤੇ ਮੈਟਰੋ ਟਾਊਨ ਮਾਲ ਦੇ ਬਾਹਰ 1 ਵਜੇ ਕਿੰਗਸਵੇ ਵਾਲੀ ਸਾਈਡ
ਪ੍ਰੋਟੈਸਟ ਕਰ ਰਹੇ ਹਾਂ ਤੇ ਅਸੀਂ ਉੱਥੇ ਇਕੱਠੇ ਹੋਣਾ ਆ, ਅਸੀਂ ਉੱਥੇ ਤਖਤੀਆਂ ਫੜਾਂਗੇ ਕਿ ਜਗਮੀਤ ਸਿੰਘ ਅਤੇ ਉਹਦਾ ਪਰਿਵਾਰ ਜਿਹੜਾ ਆ ਉਹ ਕੈਨੇਡਾ ਦੇ ਹਿੰਦੂਆਂ ਦੇ ਉਲਟ ਹੈਗਾ ਜੀ। ਇਹ ਇੱਥੇ ਨਸਲਵਾਦ, ਨਫ਼ਰਤ ਅਤੇ ਹਿੰਸਾ ਜਿਹੜੀ ਆ ਉਹ ਫੈਲਾ ਰਹੇ ਆ ਤੇ ਜਿਹੜੇ ਇੰਡੀਅਨ ਹਿੰਦੂ ਹੈਗੇ ਆ ਜੀ ਉਹਨਾਂ ਨੂੰ ਇਹ ਪਰਿਵਾਰ ਜਿਹੜਾ ਜਗਮੀਤ ਸਿੰਘ ਹੁਣੀ ਨਫ਼ਰਤ ਕਰਦੇ ਆ ਤਾਂ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਆ। ਇਸ ਸੁਨੇਹੇ ਦੇ ਵਿੱਚ ਇਹ ਵੀ ਗਾਹਾਂ ਚੱਲ ਕੇ ਲਿਖਿਆ ਹੋਇਆ ਕਿ ਹੁਣ ਸਾਡਾ ਸਮਾਂ ਆ ਕਿ ਫੈਡਰਲ ਚੋਣਾਂ ਦੇ ਦੌਰਾਨ ਅਸੀਂ ਜਗਮੀਤ ਸਿੰਘ ਦੀ ਚੋਣ ਕੈਂਪੇਨ ਨੂੰ ਡੈਂਟ ਪਾਉਣ ਵਾਸਤੇ, ਚਿੱਪ ਪਾਉਣ ਵਾਸਤੇ ਕੁਝ ਕਰ ਸਕਦੇ ਹਾਂ। ਇਸ ਕਰਕੇ ਆਪਣੇ ਪਰਿਵਾਰਾਂ ਸਮੇਤ, ਆਪਣੇ ਦੋਸਤਾਂ ਮਿੱਤਰਾਂ ਸਮੇਤ 1 ਵਜੇ ਮੈਟਰੋ ਟਾਊਨ ਮਾਲ ਦੇ ਅੱਗੇ ਇਕੱਠੇ ਹੋਵੋ ਜੀ। ਸੋ ਇਹ ਸੁਨੇਹਾ ਜਿਹੜਾ ਆ ਲੋਕਲ ਹਿੰਦੂਆਂ ਨੂੰ ਦਿੱਤਾ ਗਿਆ ਸੀਗਾ ਤੇ ਇਸ ਸੱਦੇ ਦੇ ਉੱਤੇ ਫੁੱਲ ਚੜਾਉਂਦੇ ਆ ਕੁਝ ਲੋਕ ਜਿਹੜੇ ਇਕੱਠੇ ਵੀ ਹੋਏ ਆ ਤੇ ਉੱਥੇ ਮੁਜ਼ਾਹਰਾ ਜਿਹੜਾ ਟੋਰਾਂਟੋ ਦੇ ਵਿੱਚ ਵੀ ਕੀਤਾ ਗਿਆ ਤੇ ਵੈਨਕੂਵਰ ਦੇ ਗੁਆਂਢੀ ਸ਼ਹਿਰ ਬਰਨ ਵੀ, ਜਿੱਥੇ ਕਿ ਜਗਮੀਤ ਸਿੰਘ ਉਹਨਾਂ ਦੀ ਰਾਈਡਿੰਗ ਹੈਗੀ ਜਿੱਥੋਂ ਜਿੱਤੇ ਸੀਗੇ, ਉੱਥੇ ਵੀ ਕੀਤਾ ਗਿਆ ਆ। ਸੋ ਇਹਨਾਂ ਮੁਜ਼ਾਹਰਿਆਂ ਦੇ ਪਿੱਛੇ, ਇਹਨਾਂ ਯੋਜਨਾਬੱਧ ਮੁਜ਼ਾਹਰਿਆਂ ਦੇ ਪਿੱਛੇ ਕੌਣ ਹੈਗਾ ਆ ਇਹ ਸ਼ਾਇਦ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ। ਇਹ ਕਿਉਂ ਕੀਤਾ ਜਾ ਰਿਹਾ ਆ ਇਹਦੇ ਵਾਸਤੇ ਵੀ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ, ਲੋਕ ਆਪ ਖੁਦ ਸਮਝਦਾਰ ਹੈਗੇ ਆ। ਪਰ ਇਹ ਜ਼ਰੂਰ ਹੈਗਾ ਕਿ ਇਸ ਦੇ ਨਾਲ ਨਫ਼ਰਤ ਜਿਹੜੀ ਆ ਹੋਰ ਵਧਣੀ ਆ, ਇਸ ਦੇ ਨਾਲ ਜਿਹੜਾ ਆ ਟਕਰਾਅ ਜਿਹੜਾ ਆ ਹੋਰ ਵਧਣਾ ਆ। ਅਤੇ ਸ਼ਾਇਦ ਕੁਝ ਤਾਕਤਾਂ ਇਹੀ ਚਾਹੁੰਦੀਆਂ ਕਿ ਭਾਰਤ ਦੇ ਵਿੱਚ ਫਿਰਕਿਆਂ ਦੇ ਵਿੱਚ ਤਣਾਅ ਬਣਾਉਣ ਤੋਂ ਬਾਅਦ ਹੁਣ ਜਿੱਥੇ ਕਿਤੇ ਵੀ ਲੋਕ ਜਿਹੜੇ ਵੱਸਦੇ ਆ ਉੱਥੇ ਸਿੱਖਾਂ ਦੇ ਨਾਲ ਜਿਹੜਾ ਟਕਰਾਅ ਆ ਉਹ ਹਿੰਦੂਆਂ ਦਾ ਵਧਾਇਆ ਜਾਵੇ। ਆਸਟ੍ਰੇਲੀਆ ਦੇ ਵਿੱਚ ਵੀ ਅਜਿਹਾ ਆਪਾਂ ਦੇਖ ਚੁੱਕੇ ਹਾਂ, ਇੰਗਲੈਂਡ ਦੇ ਵਿੱਚ ਵੀ ਆਪਾਂ ਅਜਿਹਾ ਦੇਖ ਚੁੱਕੇ ਹਾਂ ਅਤੇ ਹੁਣ ਕੈਨੇਡਾ ਦੇ ਵਿੱਚ ਵੀ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਜਾਰੀ ਆ। ਪਰ ਹੁਣ ਬਹੁਤ ਵੱਡੀ ਤਰੀਕੇ ਦੇ ਨਾਲ, ਯੋਜਨਾਬੱਧ ਤਰੀਕੇ ਦੇ ਨਾਲ ਖੁੱਲ੍ਹ ਕੇ ਲੋਕ ਜਿਹੜੇ ਆ ਕੁਝ ਸਾਹਮਣੇ ਆਏ ਆ। ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਚੋਣ ਸਰਵੇਖਣਾਂ ਦੀ ਤਾਂ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ 34.6% ਪਾਪੂਲੈਰਿਟੀ ਦੇ ਨਾਲ ਸਭ ਤੋਂ ਅੱਗੇ ਚੱਲ ਰਹੀ ਆ। ਦੂਜੇ ਨੰਬਰ 'ਤੇ ਲਿਬਰਲ ਪਾਰਟੀ 31.4% ਉਹਨਾਂ ਕੋਲ ਪਾਪੂਲੈਰਿਟੀ ਹੈ। NDP ਕੋਲ 19.6 ਅਤੇ ਬਲਾਕ ਕਵਿਕਵਾ ਕੋਲ 6.1 ਪਾਪੂਲੈਰਿਟੀ ਦੱਸੀ ਜਾ ਰਹੀ ਆ। ਮਤਲਬ ਕਿ ਜੇ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਇਹ ਸਰਵੇਖਣ ਜਿਹੜੇ 145 ਸੀਟਾਂ ਦੇ ਰਹੇ ਆ, ਲਿਬਰਲ ਪਾਰਟੀ ਨੂੰ 133, NDP ਨੂੰ 34 ਅਤੇ ਬਲਾਕ ਕਵਿਕ ਨੂੰ 24 ਸੀਟਾਂ ਦਿੱਤੀਆਂ ਜਾ ਰਹੀਆਂ ਆ। ਇਹ ਸਰਵੇਖਣ ਕੋਈ ਇਲਾਹੀ ਹੁਕਮ ਨਹੀਂ, ਇਹ ਸੱਚੇ ਝੂਠੇ ਵੀ ਹੋ ਸਕਦੇ ਆ। ਪਰ ਇਹ ਸਰਵੇਖਣ ਜਿਹੜੇ ਆ ਕਾਫੀ ਸਰਵੇਖਣਾਂ ਨੂੰ ਰਲਾ ਕੇ ਤਿਆਰ ਕੀਤੇ ਜਾਂਦੇ ਆ ਜਿਹੜੇ ਕਿ ਬਹੁਤੀ ਵਾਰੀ ਅਸਲੀਅਤ ਦੇ ਲਾਗੇ ਹੁੰਦੇ ਆ। ਸੋ ਜੇ ਸੱਚ ਸਾਬਤ ਹੁੰਦੇ ਆ ਤਾਂ ਜਾਪਦਾ ਹੈ ਕਿ ਕਿਸੇ ਵੀ ਪਾਰਟੀ ਦੇ ਕੋਲ ਬਹੁਮਤ ਜਿਹੜਾ ਇਸ ਵਾਰੀ ਵੀ ਹਾਸਲ ਨਹੀਂ ਕਰ ਹੋਣਾ ਅਤੇ ਲੰਗੜੀ ਸਰਕਾਰ ਜਿਹੜੀ ਆ, ਮਿਨੋਰਟੀ ਸਰਕਾਰ ਜਿਹੜੀ ਆ ਦੁਬਾਰਾ ਬਣ ਸਕਦੀ ਹੈ। ਗੱਲ ਕਰਾਂਗੇ ਸਰੀ ਸ਼ਹਿਰ ਦੀ। ਸਰੀ ਸ਼ਹਿਰ ਦੇ ਵਿੱਚ ਮੇਅਰ ਡੱਗਮ ਕਲਮ ਉਹਨਾਂ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਜਦੋਂ ਉਹ ਸਾਊਥ ਸਰੀ ਦੇ ਇੱਕ ਗਰੋਸਰੀ ਸਟੋਰ ਦੇ ਉੱਤੇ ਗਰੋਸਰੀ ਖਰੀਦ ਰਹੇ ਸੀਗੇ ਤਾਂ ਕੁਝ ਲੋਕਾਂ ਵੱਲੋਂ ਉਹਨਾਂ ਦਾ ਜਿਹੜਾ ਆ ਉਹ ਮੌਖਿਕ ਵਿਰੋਧ ਕੀਤਾ ਗਿਆ, ਉਹਨਾਂ ਦੇ ਪ੍ਰਤੀ ਗਲਤ ਸ਼ਬਦਾਵਲੀ ਜਿਹੜੀ ਆ ਵਰਤੀ ਗਈ। ਇਸ ਜ਼ਬਾਨੀ ਵਿਰੋਧ ਕਰਦਿਆਂ ਉਹਨਾਂ ਦੇ ਪੈਰ ਉੱਪਰ ਜਿਹੜੀ ਆ ਗੱਡੀ ਚੜ੍ਹਾ ਦਿੱਤੀ ਗਈ, ਜਿਸ ਕਾਰਨ ਉਹ ਜ਼ਖਮੀ ਹੋਏ ਆ ਅਤੇ ਹੁਣ ਜ਼ੇਰੇ ਇਲਾਜ ਹੈਗੇ ਆ ਜੀ। ਸੋ ਇਹ ਵੀ ਪਤਾ ਲੱਗਾ ਕਿ ਇਹ ਜਿਹੜੇ ਲੋਕ ਆ ਜਿਨ੍ਹਾਂ ਵੱਲ ਡੱਗਮ ਕਲਮ ਹੋਣੀ ਇਸ਼ਾਰਾ ਕਰ ਰਹੇ ਆ, ਸੋ ਉਹ ਸਰੀ ਦੇ ਵਿੱਚ RCMP ਰੱਖਣ ਦੇ ਹੱਕ ਦੇ ਵਾਲੇ ਜਿਹੜੇ ਲੋਕ ਆ, ਜਿਹੜੇ ਮੁਹਿੰਮ ਚਲਾ ਰਹੇ RCMP ਦੇ ਹੱਕ ਦੇ ਵਿੱਚ ਕੀ ਪਤਾ RCMP ਉਹ ਲੋਕ ਸੀ। ਹੁਣ ਸਰੀ RCMP ਜਿਹਦੇ ਹੱਕ ਦੇ ਵਿੱਚ ਇਹ ਮੁਹਿੰਮ ਲੋਕ ਚਲਾ ਰਹੇ ਆ ਉਹ ਇਸ ਘਟਨਾ ਦੀ ਜਾਂਚ ਜਿਹੜੀ ਆ ਕਰ ਰਹੀ ਆ ਅਤੇ ਉਹਨਾਂ ਨੇ ਸਰੀ ਦੇ ਮੇਅਰ 'ਤੇ ਗੱਡੀ ਚਾੜਨ ਵਾਲੇ ਮਾਮਲੇ ਦੇ ਵਿੱਚ ਲੋਕਾਂ ਤੋਂ ਸਹਿਯੋਗ ਮੰਗਿਆ ਵੀ ਜੇ ਕੋਈ ਉੱਥੇ ਮੌਜੂਦ ਹੋਵੇ, ਗਵਾਹ ਬਣਨਾ ਚਾਹੇ ਜਾਂ ਜੇ ਕਿਸੇ ਕੋਲ ਕੋਈ ਡੈਸ਼ ਕੈਮ ਦੀ ਫੁਟੇਜ ਆ ਜਾਂ ਕੋਈ ਹੋਰ ਕੈਮਰੇ ਦੀ ਫੁਟੇਜ ਆ ਤਾਂ ਉਹ ਸਾਨੂੰ ਦੇਵੇ ਤਾਂ ਕਿ ਜਿਹੜੇ ਲੋੜੀਂਦੇ ਵਿਅਕਤੀ ਆ ਉਹਨਾਂ ਨੂੰ ਚਾਰਜ ਕੀਤਾ ਜਾ ਸਕੇ। ਹੁਣ ਇਸ ਗੱਲ ਦੀ ਵੀ ਨਿਖੇਧੀ ਜਿਹੜੇ ਆ ਸਾਰੇ ਕਰ ਰਹੇ ਆ ਅਤੇ ਪਰ ਪੁਲਿਸ ਵੱਲ ਨਜ਼ਰਾਂ ਲੱਗੀਆਂ ਹੋਈਆਂ, RCMP ਵੱਲ ਨਜ਼ਰਾਂ ਲੱਗੀਆਂ ਹੋਈਆਂ ਕਿ ਉਹ ਆਪਣੇ ਸਮਰਥਕਾਂ ਨੂੰ ਚਾਰਜ ਕਰਦੇ ਆ ਕਿ ਨਹੀਂ, ਜਾਂ ਹੁਣ ਕਿਹੜੇ ਬੰਦੇ ਨੂੰ ਅੱਗੇ ਲਿਆਂਦਾ ਜਾਂਦਾ ਆ ਵੀ ਇਹਦੀ ਗਲਤੀ ਸੀਗੀ। ਸੋ ਇਹ ਹੁਣ ਨਜ਼ਰਾਂ ਸਾਰੀਆਂ ਉੱਧਰ ਹੋਈਆਂ ਆ। ਇੱਕ ਵਾਰ ਫਿਰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਤੁਹਾਡਾ ਵਿਚਾਰਾਂ ਦਾ ਵਿਰੋਧ ਕਿਸੇ ਨਾਲ ਵੀ ਹੋ ਸਕਦਾ ਆ, ਪਰ ਉਸ ਨੂੰ ਇੱਥੇ ਤੱਕ ਲੈ ਕੇ ਜਾਣਾ ਕਿ ਇੱਕ ਚੁਣੇ ਹੋਏ ਨੁਮਾਇੰਦੇ ਦੇ ਵੱਟੀਆਂ ਮਾਰ ਦੇਣੀਆਂ, ਇੱਕ ਚੁਣੇ ਹੋਏ ਨੁਮਾਇੰਦੇ ਦੇ ਪੈਰ ਤੋਂ ਕਾਰ ਲੰਘਾ ਦੇਣੀ, ਉਹਨੂੰ ਗਰੋਸਰੀ ਲੈਣ ਗਏ ਇਹਨੂੰ ਘੇਰਨਾ, ਇਹ ਕੈਨੇਡੀਅਨ ਸਮਾਜ ਦੇ ਵਿੱਚ ਪ੍ਰਵਾਨਯੋਗ ਨਹੀਂ ਹੈਗਾ। ਪਰ ਇੱਥੇ ਹੋ ਰਿਹਾ ਆ ਅਤੇ ਇਹ ਕਿਸੇ ਇੱਕ ਕਮਿਊਨਿਟੀ ਵੱਲੋਂ, ਇੱਕ ਭਾਈਚਾਰੇ ਵੱਲੋਂ ਨਹੀਂ, ਅੱਡ-ਅੱਡ ਭਾਈਚਾਰਿਆਂ ਵੱਲੋਂ, ਅੱਡ-ਅੱਡ ਕਮਿਊਨਿਟੀਜ਼ ਵੱਲੋਂ ਇਹੋ ਜਿਹੇ ਲੋਕ ਹੈਗੇ ਆ ਸਾਰਿਆਂ ਦੇ ਵਿੱਚ ਜਿਹੜੇ ਅਜਿਹਾ ਕੁਛ ਕਰ ਰਹੇ ਆ। ਇਸ ਦੇ ਨਾਲ ਹੀ ਇੱਕ ਚੰਗੀ ਖਬਰ ਇਹ ਵੀ ਆ ਰਹੀ ਹੈ ਕਿ ਸਰੀ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਨੇ 100 ਜਿਹੜੇ ਆ ਪੁਲਿਸ ਵਾਲੇ ਉਹ ਹਾਇਰ ਕਰ ਲਏ ਆ। ਸਰੀ ਦੇ ਵਿੱਚ ਇਸ ਵੇਲੇ ਪੁਲਿਸ ਟ੍ਰਾਂਜੀਸ਼ਨ ਜਿਹੜੀ ਚੱਲ ਰਹੀ ਆ। ਸਰੀ RCMP ਨੇ ਨਿਕਲ ਜਾਣਾ ਇੱਥੋਂ, ਇਹਦੀ ਥਾਂ 'ਤੇ ਸਰੀ ਪੁਲਿਸ ਨੇ ਕੰਮ ਕਰਨਾ ਸ਼ੁਰੂ ਕਰਨਾ ਆ ਅਤੇ ਸਰੀ ਪੁਲਿਸ ਦਾ 100ਵਾਂ ਆਫਿਸਰ ਜਿਹੜਾ ਆ ਇਸ ਵੇਲੇ ਉਹ ਸਹੁੰ ਚੱਕ ਕੇ ਤਿਆਰ ਹੈਗਾ ਅਤੇ ਹੌਲੀ ਹੌਲੀ ਉਹਨਾਂ ਨੂੰ ਤੈਨਾਤ ਵੀ ਕੀਤਾ ਜਾਣਾ ਆ। ਪਹਿਲੀ ਤੈਨਾਤੀ ਜਿਹੜੀ ਆ ਉਹ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੀ।
ਨੋਵਾ ਸਕੋਸ਼ੀਆ ਕੈਨੇਡਾ ਦਾ ਇੱਕ ਅਜਿਹਾ ਸੂਬਾ ਜਿੱਥੇ ਕਿ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਆ। ਹੁਣ ਜਦੋਂ ਨਵੇਂ ਲੋਕ ਜਿਹੜੇ ਆ ਪੰਜਾਬ ਤੋਂ ਆ ਰਹੇ ਆ, ਉਹਨਾਂ ਵਿੱਚੋਂ ਕੁਝ ਲੋਕ ਜਿਹੜੇ ਆ ਨੋਵਾ ਸਕੋਸ਼ੀਆ ਦੇ ਵਿੱਚ ਮੂਵ ਹੋ ਰਹੇ ਆ, ਕੰਮਕਾਰ ਜਿਹੜੇ ਉੱਥੇ ਮਿਲ ਰਹੇ ਆ। ਹਾਲਾਂਕਿ ਜਿਹੜਾ ਵਾਤਾਵਰਨ ਆ ਬਹੁਤ ਠੰਡਾ ਆ ਉੱਥੇ। ਉੱਥੋਂ ਦੇ ਸ਼ਹਿਰ ਟਰੂਰੋ ਦੇ ਵਿੱਚ ਸ਼ੁਰੇਬਾਜ਼ੀ ਦੀ ਘਟਨਾ ਦੌਰਾਨ ਪੰਜਾਬੀ ਨੌਜਵਾਨ 23 ਸਾਲਾਂ ਦੇ ਪ੍ਰਭਜੋਤ ਸਿੰਘ ਕਤਰੀ ਦਾ ਕਤਲ ਹੋ ਗਿਆ, ਜਿਹੜਾ ਕਿ ਐਤਵਾਰ ਤੜਕੇ 2 ਵਜੇ ਦੇ ਕਰੀਬ ਕੰਮ ਤੋਂ ਪਰਤ ਰਿਹਾ ਸੀਗਾ ਅਤੇ ਉਸ ਅਪਾਰਟਮੈਂਟ ਵੱਲ ਜਾ ਰਿਹਾ ਸੀਗਾ ਜਿੱਥੇ ਕਿ ਉਹ ਖੁਦ ਆਪਣੀ ਭੈਣ ਅਤੇ ਜੀਜੇ ਦੇ ਨਾਲ ਰਹਿੰਦਾ ਸੀਗਾ। ਜ਼ਿਲ੍ਹਾ ਮੋਗਾ ਦੇ ਪਿੰਡ ਬੁੱਕਣਵਾਲਾ ਦੇ ਨਾਲ ਸੰਬੰਧਿਤ ਪ੍ਰਭਜੋਤ ਸਿੰਘ ਬਾਰੇ ਦੱਸਿਆ ਗਿਆ ਕਿ ਉਹ 2017 ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਕੈਨੇਡਾ ਆਇਆ ਸੀਗਾ। ਕੁਝ ਚਿਰ ਫਿਰ ਉਹਨੇ ਟੋਰਾਂਟੋ ਰਿਹਾ ਅਤੇ ਉਸ ਤੋਂ ਬਾਅਦ ਨੋਵਾ ਸਕੋਸ਼ੀਆ ਮੂਵ ਹੋ ਗਿਆ ਸੀਗਾ। ਇਸ ਵੇਲੇ ਵਰਕ ਵੀਜ਼ੇ ਦੇ ਉੱਤੇ ਇੱਕ ਟੈਕਸੀ ਕੰਪਨੀ ਦੇ ਨਾਲ ਕੰਮ ਕਰ ਰਿਹਾ ਸੀਗਾ ਅਤੇ ਇਸ ਦੇ ਨਾਲ ਹੀ ਕੁਝ ਹੋਰ ਕੰਮ ਵੀ ਕਰ ਰਿਹਾ ਸੀਗਾ। ਬਹੁਤ ਹੀ ਮਿਹਨਤੀ ਅਤੇ ਸਾਊ ਨੌਜਵਾਨ ਇਸ ਨੂੰ ਦੱਸਿਆ ਜਾ ਰਿਹਾ। ਇੱਥੋਂ ਤੱਕ ਜਿਹੜੇ ਉਹਦੇ ਕੰਮ ਕਰਨ ਵਾਲੇ ਗੈਰ ਪੰਜਾਬੀ ਆ, ਉਹ ਵੀ ਇਸ ਮੌਤ ਤੋਂ ਬੇਹੱਦ ਦੁਖੀ ਆ ਅਤੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨੇ ਸਾਊ ਬੰਦੇ ਦੇ ਕੋਈ ਚਾਕੂ ਜਿਹੜਾ ਆ ਉਹ ਮਾਰ ਸਕਦਾ। ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਉੱਥੋਂ, ਜਿਹੜੀ ਗੱਲਬਾਤ ਅਸੀਂ ਉੱਥੋਂ ਦੇ ਦੋਸਤਾਂ ਨਾਲ ਕੀਤੀ ਹੈ, ਉੱਥੋਂ ਹੀ ਪਤਾ ਲੱਗਾ ਕਿ ਸ਼ਾਇਦ ਝਗੜਾ ਜਿਹੜਾ ਆ ਕਿਸੇ ਕਾਰ ਪਾਰਕਿੰਗ ਤੋਂ ਹੋਇਆ ਹੋ ਸਕਦਾ ਆ। ਇੱਕ ਗਰੁੱਪ ਜਿਹੜਾ ਨੌਜਵਾਨਾਂ ਦਾ ਉਹਨੇ ਹਮਲਾ ਕੀਤਾ। ਹਮਲਾ ਕਰਨ ਵੇਲੇ ਜਿਹੜਾ ਚਾਕੂ ਆ ਉਹਦੀ ਧੌਣ ਵਿੱਚ ਮਾਰਿਆ ਗਿਆ। ਕਈ ਮਿੰਟ ਐਂਬੂਲੈਂਸ ਜਿਹੜੀ ਆ ਮਿੱਥੇ ਸਮੇਂ ਤੋਂ ਲੇਟ ਹੋਈ ਆ, ਜਿਸ ਕਾਰਨ ਉਹਦਾ ਜਿਹੜਾ ਖੂਨ ਗਰਦਨ ਦੇ ਵਿੱਚੋਂ ਜ਼ਿਆਦਾ ਵਹਿ ਗਿਆ, ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪ੍ਰਭਜੋਤ ਬਹੁਤ ਸਾਊ ਨੌਜਵਾਨ ਦੱਸਿਆ ਜਾ ਰਿਹਾ, ਜਿਹਦੇ ਕਿ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪੰਜਾਬ ਰਹਿੰਦੀ ਆਪਣੀ ਮਾਤਾ ਦੇ ਵਾਸਤੇ ਉਹ ਬੇਹੱਦ ਫਿਕਰਮੰਦ ਰਹਿੰਦਾ ਸੀ, ਅਕਸਰ ਪੈਸੇ ਵਗੈਰਾ ਵੀ ਭੇਜਦਾ ਰਹਿੰਦਾ ਸੀਗਾ। ਹੁਣ ਇਸ ਮੌਤ ਤੋਂ ਜਿੱਥੇ ਦੇ ਦੋਸਤ ਜਿਹੜੇ ਆ ਬੜੇ ਸ਼ੋਕ ਦੇ ਵਿੱਚ ਆ, ਉਹ ਇਹ ਵੀ ਕਹਿ ਰਹੇ ਆ ਕਿ ਸਾਨੂੰ ਹੁਣ ਹਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਕਾਰਨ ਕੀ ਵਾਪਰਿਆ। ਪੁਲਿਸ ਜਿਹੜੀ ਆ ਹਜੇ ਇਹੀ ਕਹਿ ਰਹੀ ਆ ਕਿ ਅਸੀਂ ਜਾਂਚ ਕਰ ਰਹੇ ਹਾਂ। ਇੱਕ ਵਿਅਕਤੀ ਨੂੰ ਇਸ ਮਾਮਲੇ ਵਿੱਚ ਫੜਿਆ ਵੀ ਗਿਆ ਸੀਗਾ ਅਤੇ ਬਾਅਦ ਦੇ ਵਿੱਚ ਉਸ ਨੂੰ ਬਿਨਾਂ ਚਾਰਜ ਲਾਇਆ ਜਿਹੜਾ ਛੱਡ ਦਿੱਤਾ ਗਿਆ ਆ। ਇਸ ਦੇ ਉੱਤੇ ਸ਼ੱਕ ਜਿਹੜਾ ਪੁਲਿਸ ਨੂੰ ਹੱਲੇ ਵੀ ਹੈਗਾ ਆ। ਪੁਲਿਸ ਕਹਿੰਦੀ ਅਸੀਂ ਹੋਰ ਜਾਂਚ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਪੂਰੀ ਜਾਣਕਾਰੀ ਜਿਹੜੀ ਆ ਉਹ ਦਿਆਂਗੇ। ਹੁਣ ਜਿਹੜੇ ਨੌਜਵਾਨ ਉੱਥੇ ਰਹਿ ਰਹੇ ਆ, ਉਹਨਾਂ ਨੂੰ ਇਸ ਗੱਲ ਦਾ ਹੁਣ ਡਰ ਸਤਾ ਰਿਹਾ ਕਿ ਅਸੀਂ ਬਹੁਤ ਘੱਟ ਗਿਣਤੀ ਦੇ ਵਿੱਚ ਆ ਇੱਥੇ, ਵਿਜ਼ੀਬਲ ਆ, ਕੱਪੜੇ ਲੀੜੇ ਤੋਂ ਪਛਾਣੇ ਜਾਂਦੇ ਆ, ਕਿ ਸਾਡੇ 'ਤੇ ਕਿਤੇ ਹੋਰ ਹਮਲੇ ਨਾ ਹੋਣ। ਕਿਉਂਕਿ ਜਿਹੜਾ ਪਰਿਵਾਰ ਹੈਗਾ ਪ੍ਰਭਜੋਤ ਦਾ, ਜਿਹੜੇ ਦੋਸਤ ਆ, ਉਹ ਇਸ ਨੂੰ ਹੇਟ ਕ੍ਰਾਈਮ ਮੰਨ ਕੇ ਚੱਲ ਰਹੇ ਆ ਕਿ ਸਾਡੇ ਉੱਤੇ ਨਸਲੀ ਅਤੇ ਨਫ਼ਰਤੀ ਵਿਤਕਰਾ ਜਿਹੜਾ ਆ ਉਹਦੇ ਅਧੀਨ ਜਿਹੜਾ ਆ ਹਮਲਾ ਇਹ ਕੀਤਾ ਗਿਆ ਆ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਅਫਗਾਨਿਸਤਾਨ ਦੀ। ਅਫਗਾਨਿਸਤਾਨ ਦੇ ਵਿੱਚ ਨਵੀਂ ਸਰਕਾਰ ਜਿਹੜੀ ਆ ਚਲਾਉਣ ਦੇ ਵਾਸਤੇ ਮੁੱਲਾ ਮੁਹੰਮਦ ਹਸਨ ਅਖੰਦ ਨੂੰ ਸਰਕਾਰ ਦੀ ਅਗਵਾਈ ਵਾਸਤੇ ਚੁਣਿਆ ਗਿਆ ਆ। ਮੁੱਲਾ ਅਬਦੁਲ ਗਨੀ ਬਰਾਦਰ ਜਿਹੜਾ ਇਸੇ ਸੰਸਥਾ ਦਾ ਆਗੂ ਹੈਗਾ ਆ, ਚੇਅਰਮੈਨ ਆ, ਉਹਨੂੰ ਨਵੀਂ ਤਾਲਿਬਾਨ ਸਰਕਾਰ ਦਾ ਉਪ ਮੁਖੀ ਬਣਾਇਆ ਗਿਆ। ਅਮਰੀਕਨ ਦੁਸ਼ਮਣ ਹੱਕਾਨੀ ਨੈਟਵਰਕ ਦਾ ਸੰਸਥਾਪਕ ਉਹਦੇ ਮੁੰਡੇ ਨੂੰ ਸਰਾਜੂਦੀਨ ਹੱਕਾਨੀ ਨੂੰ ਨਵਾਂ ਗ੍ਰਹਿ ਮੰਤਰੀ ਜਿਹੜਾ ਆ ਉਹ ਬਣਾਇਆ ਗਿਆ ਆ। ਸੋ ਮੁੱਲਾ ਹਸਨ ਤਾਲਿਬਾਨ ਜਿਹੜਾ ਕਿ ਹੁਣ ਸਰਕਾਰ ਚਲਾਊਗਾ, ਇਹ ਉਸ ਮੁੱਲਾ ਉਮਰ ਦਾ ਕਰੀਬੀ ਰਿਹਾ ਜਿਹਨੂੰ ਤੇ ਬਿਨ ਲਾਦਨ ਨੂੰ ਲੱਭਣ ਦੇ ਵਾਸਤੇ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ। ਸੋ ਤਾਲਿਬਾਨ ਲੜਾਕਿਆਂ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਅਸੀਂ ਪੰਜਸ਼ੀਰ ਸੂਬੇ ਦੇ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਕੁਝ ਵੀਡੀਓ, ਕੁਝ ਤਸਵੀਰਾਂ ਜਿਹੜੀਆਂ ਟਵਿੱਟਰ ਦੇ ਉੱਤੇ ਛੱਡੀਆਂ ਕਿ ਅਸੀਂ ਜਿਹੜਾ ਆ ਗਵਰਨਰ ਹਾਊਸ ਦੇ ਵਿੱਚ ਨਜ਼ਰ ਆ ਰਹੇ ਹਾਂ। ਦੂਜੇ ਪਾਸੇ ਪੰਜਸ਼ੀਰ ਦੇ ਉੱਤੇ ਕਾਬਜ਼ ਨੈਸ਼ਨਲ ਰੈਜ਼ਿਸਟੈਂਸ ਫਰੰਟ, ਜਿਹੜੇ ਕਿ ਤਾਲਿਬਾਨ ਵਿਰੋਧੀ ਅਫਗਾਨ ਧੜੇ ਆ, ਉਹ ਕਹਿੰਦੇ ਵੀ ਤਾਲਿਬਾਨ ਦਾ ਦਾਅਵਾ ਜਿਹੜਾ ਸਹੀ ਨਹੀਂ, ਹੱਲੇ ਵੀ ਅਸੀਂ ਪੰਜਸ਼ੀਰ ਦੇ ਉੱਤੇ ਕਾਬਜ਼ ਹੈਗੇ ਹਾਂ। ਅਸੀਂ ਅਫਗਾਨਿਸਤਾਨ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਖੀਰਲੇ ਸਾਹ ਤੱਕ ਜਿਹੜਾ ਉੱਥੇ ਲੜਾਂਗੇ। ਸੋ ਦੋਨੇ ਤਰ੍ਹਾਂ ਦੇ ਦਾਅਵੇ ਜਿਹੜੇ ਆ ਉੱਥੇ ਕੀਤੇ ਜਾ ਰਹੇ ਆ। ਇਸ ਦੇ ਨਾਲ ਹੀ ਅਸ਼ਰਫ ਗਨੀ, ਅਫਗਾਨਿਸਤਾਨ ਦਾ ਸਾਬਕਾ ਆਗੂ, ਉਹਦੇ ਖਿਲਾਫ ਵੀ ਬੜੇ ਹੈਰਾਨਕੁਨ ਤਜਰਬੇ ਜਿਹੜੇ ਆ ਗੱਲਾਂ ਬਾਹਰ ਨਿਕਲ ਰਹੀਆਂ। ਜਦੋਂ ਤਾਲਿਬਾਨ ਕਾਬਲ ਦੇ ਵਿੱਚ ਵੜੇ ਆ ਤਾਂ ਅਸ਼ਰਫ ਗਨੀ ਜਿਹੜਾ ਆ ਉਹਦੇ ਬਾਰੇ ਇਹ ਕਿਹਾ ਗਿਆ ਸੀਗਾ ਕਿ ਬਹੁਤ ਸਾਰਾ ਪੈਸਾ ਜਿਹੜਾ ਆ ਉਹ ਲੈ ਕੇ ਉਹ ਨਿਕਲ ਗਿਆ ਜੀ। ਤੋ ਹੁਣ ਉਹਦੇ ਰਾਜ ਵਿੱਚ ਇਹੀ ਕਿਹਾ ਗਿਆ ਸੀਗਾ ਕਿ ਉਹਦੇ 3.5 ਲੱਖ ਦੇ ਕਰੀਬ ਜਿਹੜੀ ਅਫਗਾਨ ਫੌਜ ਸੀਗੀ। ਲੋਕਾਂ ਦੇ ਮਨਾਂ ਵਿੱਚ ਸਵਾਲ ਸੀਗਾ ਕਿ ਜਦੋਂ ਤਾਲਿਬਾਨ ਐਂਟਰ ਹੋਇਆ ਤਾਂ ਫੌਜ ਕਿੱਥੇ ਗਈ ਸੀਗੀ ਜਿਹਨਾਂ ਨੂੰ ਅਮਰੀਕਾ ਨੇ ਜਿਹੜਾ ਆ ਇੰਨਾ ਟ੍ਰੇਨ ਕੀਤਾ ਸੀਗਾ। ਖੁਦ ਅਮਰੀਕਨ ਰਾਸ਼ਟਰਪਤੀ ਇਹ ਕਹਿੰਦੇ ਰਹੇ ਆ ਕਿ ਅਸੀਂ 3 ਲੱਖ ਅਫਗਾਨੀ ਫੌਜ ਨੂੰ ਜਿਹੜਾ ਆ ਉਹ ਟ੍ਰੇਨ ਕੀਤਾ ਆ। ਹੁਣ ਫੌਜ ਰਾਤੋਂ ਰਾਤ ਕਿੱਥੇ ਚੱਲ ਗਈ, ਹਰੇਕ ਮਨ ਦੇ ਵਿੱਚ ਸਵਾਲ ਸੀਗਾ ਕਿਉਂਕਿ ਗੋਲੀਆਂ ਬਹੁਤ ਘੱਟ ਚੱਲੀਆਂ, ਮੁਕਾਬਲੇ ਬਹੁਤ ਜਿਹੜੇ ਆ ਘੱਟ ਹੋਏ ਆ। ਹੁਣ ਜਿਹੜੀ ਗੱਲਬਾਤ ਉਹ ਇਹ ਨਿਕਲੀ ਆ ਕਿ ਤਾਲਿਬਾਨ ਗਰੀਲੇ ਜਿਹੜੇ ਕਦੀ ਵੀ 70-80 ਹਜ਼ਾਰ ਤੋਂ ਉੱਪਰ ਨਹੀਂ ਵਧੇ। ਇਹ ਖੁਦ ਅਫਗਾਨਿਸਤਾਨ ਸਰਕਾਰ ਵੀ ਕਹਿੰਦੀ ਰਹੀ ਆ ਅਤੇ ਅਮਰੀਕਾ ਵਾਲੇ ਵੀ ਕਹਿੰਦੇ ਰਹੇ ਆ। ਪਰ ਹੈਰਾਨੀ ਵਾਲਾ ਭੇਤ ਇਹ ਖੁੱਲ੍ਹਿਆ ਕਿ 3.5 ਲੱਖ ਫੌਜ ਕਦੀ ਵੀ ਨਹੀਂ ਸੀਗੀ। ਇਹ ਫੌਜ ਸਿਰਫ ਕਾਗਜ਼ਾਂ ਦੇ ਵਿੱਚ ਸੀਗੀ। ਫੌਜ ਸਿਰਫ ਉਨੀ ਕਿਸੇ ਜਿੰਨੀ ਕਿ ਅਮਰੀਕਨ ਫੌਜੀਆਂ ਦੇ ਨਾਲ ਸੀਗੀ। ਬਾਕੀ ਸਾਰੀ ਦੀ ਸਾਰੀ ਫੌਜ ਜਿਹੜੀ ਆ ਪੈਸੇ ਦੇ ਗਬਨ ਕਰਨ ਦੇ ਵਾਸਤੇ ਕਾਗਜ਼ਾਂ ਦੇ ਵਿੱਚ ਹੀ ਭਰਤੀ ਕੀਤੀ ਗਈ ਸੀਗੀ। ਕਾਗਜ਼ਾਂ ਦੇ ਵਿੱਚ ਉਹਨਾਂ ਦੀ ਭਰਤੀ ਹੋਈ, ਕਾਗਜ਼ਾਂ ਦੇ ਵਿੱਚ ਟ੍ਰੇਨਿੰਗ ਹੋਈ, ਕਾਗਜ਼ਾਂ ਦੇ ਵਿੱਚ ਉਹਨੂੰ ਅਸਲਾ ਦਿੱਤਾ ਗਿਆ, ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਤਨਖਾਹ ਮਿਲਦੀ ਰਹੀ
ਤੇ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਅਹੁਦੇ ਦਿੱਤੇ ਜਾਂਦੇ ਰਹੇ ਆ। ਸੋ ਕਈ ਆਮ ਅਫਗਾਨੀ ਜਿਹੜੇ ਕਿ ਦਿਹਾੜੀਆਂ ਕਰਦੇ ਸੀਗੇ, ਉਹਨਾਂ ਦੇ ਨਾਂ ਜਿਹੜੇ ਆ ਉਹ ਅਫਗਾਨ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਸ਼ਾਮਲ ਕੀਤੇ ਗਏ ਆ। ਕੋਈ ਜਨਰਲ ਬਣਿਆ ਸੀ, ਤਾਂ ਕੋਈ ਕਰਨਲ ਬਣਿਆ ਸੀ, ਕੋਈ ਮੇਜਰ ਬਣਿਆ ਸੀ, ਜਦੋਂ ਕਿ ਅਸਲੀਅਤ ਦੇ ਵਿੱਚ ਉਹ ਕਦੀ ਭਰਤੀ ਹੀ ਨਹੀਂ ਹੋਏ। ਵਾਸ਼ਿੰਗਟਨ ਪੋਸਟ ਨੇ ਵੀ ਇਹ ਖਬਰ ਛਾਪੀ ਹੈ ਕਿ ਅਮਰੀਕੀ ਠੇਕੇਦਾਰ ਜਿਹੜੇ ਆ ਸਰਕਾਰੀ ਬਜਟ ਦਾ ਅੱਧ ਪਜੱਦਾ ਪੈਸਾ ਜਿਹੜਾ ਗਵਰਨ ਕਰਕੇ ਖਾਂਦੇ ਰਹੇ ਆ। ਸੋ ਇਹ ਵੀ ਹੁਣ ਇੱਕ ਵੱਡੀ ਜਿਹੜੀ ਗੱਲ ਬਾਹਰ ਨਿਕਲੀ ਆ ਕਿ ਫੌਜ ਦੀ ਭਰਤੀ ਜਿਹੜੀ ਉਹਦੇ ਮਾਮਲੇ ਵਿੱਚ ਵੱਡਾ ਗਵਰਨ ਹੋਇਆ। ਪੈਸੇ ਜਿਹੜੇ ਆ ਉਹ ਇੱਧਰ ਉੱਧਰ ਹੁੰਦੇ ਰਹੇ ਆ, ਜਿਹਦੇ ਵਿੱਚ ਅਫਗਾਨ ਜਿਹੜੀ ਸਰਕਾਰ ਸੀਗੀ ਅਸ਼ਰਫ ਗਨੀ ਦੀ, ਹਾਮਿਦ ਕਰਜ਼ਾਈ ਹੋਣੀ ਤੇ ਨਾਲ ਅਮਰੀਕਾ ਵਾਲੇ ਸਾਰੇ ਬਗਲਗੀਰ ਸੀਗੇ, ਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਇਹ ਜਿਹੜਾ ਕੰਮ ਇੱਥੇ ਹੋ ਰਿਹਾ ਆ। ਹੁਣ ਹੋਰ ਨਿਊਜ਼ ਚੈਨਲਾਂ ਵਾਸਤੇ, ਮੀਡੀਆ ਵਾਸਤੇ ਖੋਜ ਦਾ ਵਿਸ਼ਾ ਬਣ ਗਿਆ ਆ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਹੋਰ ਖਬਰਾਂ ਵੀ ਬਾਹਰ ਨਿਕਲਣਗੀਆਂ। ਭਾਰਤ ਦੇ ਮੱਧ ਪ੍ਰਦੇਸ਼ ਸੂਬੇ ਤੋਂ ਖਬਰ ਇਹ ਆ ਰਹੀ ਆ ਕਿ ਉੱਥੇ 6 ਜਿਹੜੀਆਂ ਮਾਸੂਮ ਬੱਚੀਆਂ ਉਹਨਾਂ ਨੂੰ ਨੰਗੀਆਂ ਕਰਕੇ ਪਿੰਡ ਦੇ ਲੋਕਾਂ ਵੱਲੋਂ ਪਰੇਡ ਕਰਵਾਈ ਗਈ, ਤੋਰਿਆ ਗਿਆ, ਇਹ ਕਹਿ ਕੇ ਕਿ ਦੇਵਤੇ ਜਿਹੜੇ ਖੁਸ਼ ਹੋ ਜਾਣਗੇ, ਮੀਂਹ ਪੈ ਜਾਊਗਾ। ਮੱਧ ਪ੍ਰਦੇਸ਼ ਦੇ ਬੰਦੇਲਖੰਡ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਜਿਹੜੀ ਆ ਗੱਲ ਸਾਹਮਣੇ ਆਈ ਹੈ, ਜਿੱਥੇ ਕਿ ਬਹੁਤ ਸੋਕਾ ਪਿਆ ਹੋਇਆ ਸੀਗਾ ਤੇ ਦੇਵਤਿਆਂ ਨੂੰ ਖੁਸ਼ ਕਰਨ ਦੇ ਵਾਸਤੇ ਕਾਰਾ ਜਿਹੜਾ ਆ ਉਹ ਕੀਤਾ ਗਿਆ ਆ। ਸੋ ਇਹ ਜਦੋਂ ਇਹ ਵੀਡੀਓ ਜਿਹੜੀ ਆ ਇਹ ਵਾਇਰਲ ਹੋਈ ਆ, ਹਾਲਾਂਕਿ ਬੜੀ ਸ਼ਰਮਨਾਕ ਘਟਨਾ ਆ ਵੀ ਇਹਦੀ ਵੀਡੀਓ ਬਣਾਉਣ ਦੀ ਕੀ ਲੋੜ ਸੀਗੀ। ਛੋਟੀਆਂ ਬੱਚੀਆਂ ਨੂੰ ਨਗਨ ਕਰਕੇ ਤੋਰਿਆ ਗਿਆ ਤਾਂ ਉਹਦੀ ਵੀਡੀਓ ਬਣਾਈ ਗਈ। ਉਹ ਵੀਡੀਓ ਜਿਹੜੀ ਆ ਫਿਰ ਪੂਰੀ ਦੁਨੀਆ ਭਰ ਵਿੱਚ ਵਾਇਰਲ ਹੋਈ ਆ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮੱਧ ਪ੍ਰਦੇਸ਼ ਪੁਲਿਸ ਇਹ ਕਹਿ ਰਹੀ ਆ ਕਿ ਹਾਲੇ ਸਾਡੇ ਕੋਲ ਕਿਸੇ ਨੇ ਸ਼ਿਕਾਇਤ ਨਹੀਂ ਦਰਜ ਕਰਵਾਈ, ਇਸ ਕਰਕੇ ਅਸੀਂ ਕਿਸੇ ਦੇ ਉੱਤੇ ਮਾਮਲਾ ਨਹੀਂ ਜਿਹੜਾ ਦਰਜ ਕਰ ਰਹੇ। ਹੁਣ ਜਿਹੜੀ ਦੇਵਤਿਆਂ ਤੇ ਦੇਵਤਿਆਂ ਦੇ ਵਿਚੋਲੇ ਪੁਜਾਰੀਆਂ ਨੂੰ ਭਾਰਤ ਵਿੱਚ ਖੁਸ਼ ਕਰਨ ਦੀ ਜਿਹੜੀ ਆ ਪ੍ਰਥਾ ਆ, ਬੜੀ ਪੁਰਾਣੀ ਆ। ਦੇਵਦਾਸੀ ਪ੍ਰਥਾ ਵੀ ਆਪਾਂ ਇਹਦੇ ਬਾਰੇ ਵੀ ਜਾਣਦੇ ਹਾਂ। ਔਰਤਾਂ ਬੱਚੀਆਂ ਨੂੰ ਪੇਸ਼ ਕਰਨਾ ਜਿਹੜਾ ਇਸ ਤਰੀਕੇ, ਇਹ ਬੜਾ ਹੀ ਸ਼ਰਮਨਾਕ ਆ। ਸਮਝ ਤੋਂ ਗੱਲ ਬਾਹਰ ਆ ਕਿ ਦੇਵਤੇ ਜਿਹੜੇ ਔਰਤ ਦੇ ਨੰਗੀ ਹੋਣ 'ਤੇ ਕਿਉਂ ਖੁਸ਼ ਹੁੰਦੇ ਆ, ਬੰਦੇ ਦੇ ਨੰਗੇ ਹੋਣ 'ਤੇ ਕਿਉਂ ਨਹੀਂ ਖੁਸ਼ ਜਿਹੜੇ ਹੁੰਦੇ ਆ। ਇਹ ਵੀ ਗੱਲ ਸਮਝ ਤੋਂ ਬਾਹਰ ਹੈ ਕਿ 2021 ਦੇ ਵਿੱਚ ਅਜਿਹਾ ਸਭ ਕੁਝ ਹੋ ਰਿਹਾ ਆ ਤੇ ਪੁਲਿਸ ਇਹ ਕਹਿ ਰਹੀ ਆ ਕਿ ਸਾਡੇ ਕੋਲ ਅਜੇ ਤੱਕ ਕਿਸੇ ਨੇ ਸ਼ਿਕਾਇਤ ਜਿਹੜੀ ਆ ਉਹ ਨਹੀਂ ਦਰਜ ਕਰਾਈ। ਦੁਨੀਆ ਦੀਆਂ ਔਰਤਾਂ ਦਾ ਸਾਨੂੰ ਬਹੁਤ ਫਿਕਰ ਆ। ਤਾਲਿਬਾਨ ਔਰਤਾਂ ਨਾਲ ਬਹੁਤ ਧੱਕਾ ਕਰਦੇ ਆ। ਇਸ ਗੱਲ ਦਾ ਚੀਕ ਚਿਹਾੜਾ ਜਿਹੜਾ ਆ ਭਾਰਤੀ ਮੀਡੀਆ ਕੋਠੇ 'ਤੇ ਚੜ੍ਹ ਪਾਉਂਦਾ ਆ। ਪਰ ਆਪਣੇ ਮੁਲਕ ਦੇ ਵਿੱਚ ਕੀ ਹੋ ਰਿਹਾ ਆ, ਦੇਵਤਿਆਂ ਨੂੰ ਖੁਸ਼ ਕਰਨ ਦੇ ਨਾਂ ਦੇ ਉੱਤੇ ਮਨ ਘੜਤ ਵਹਿਮਾਂ ਭਰਮਾਂ ਨੂੰ ਪੂਰਤੀ ਦੇ ਵਾਸਤੇ ਇਸ ਤਰ੍ਹਾਂ ਦੇ ਨਾਲ ਬੱਚੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਆ ਤੇ ਦੁਨੀਆ ਜਿਹੜੀ ਆ ਖੜੀ ਤਮਾਸ਼ਾ ਦੇਖ ਰਹੀ ਆ। ਬੜੀ ਸ਼ਰਮਨਾਕ ਜਿਹੜੀ ਗੱਲ ਉਹ ਹੈਗੀ ਆ। ਤਾਲਿਬਾਨ ਦੇ ਰਾਜ ਦੇ ਵਿੱਚ ਔਰਤਾਂ ਨਾਲ ਧੱਕਾ ਹੁੰਦਾ, ਸਾਨੂੰ ਬਹੁਤ ਦੁੱਖ ਲੱਗਦਾ ਆ, ਪਰ ਇਹ ਕੋਈ ਧੱਕਾ ਨਹੀਂ ਹੈਗਾ, ਕਿਸੇ ਨੂੰ ਮਹਿਸੂਸ ਨਹੀਂ ਹੋ ਰਿਹਾ। ਬਹੁਤ ਗਿਣਤੀ ਜਿਹੜੀ ਇਸ ਮਾਮਲੇ ਵਿੱਚ ਜਿਹੜੀ ਆ ਚੁੱਪ ਆ ਤੇ ਲੀਡਰ ਵੀ ਜਿਹੜੇ ਆ ਉਹ ਵੀ ਮੂੰਹ 'ਚ ਘੁੰਗੜੀਆਂ ਪਾ ਕੇ ਬਹਿ ਗਏ ਆ ਜੀ। ਇਸ ਦੇ ਨਾਲ ਹੀ ਤੁਹਾਨੂੰ ਲੈ ਕੇ ਚੱਲਦੇ ਹਾਂ ਯੂਪੀ, ਜਿੱਥੇ ਕਿ ਯੂਪੀ ਦੇ ਵਿੱਚ ਉੱਥੇ ਵੀ ਹੁਣ ਚੋਣਾਂ ਗਾਂਹ ਜਾ ਕੇ ਹੋਣੀਆਂ, ਹੁਣ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਆ। ਬਹੁਜਨ ਸਮਾਜ ਪਾਰਟੀ ਦਲਿਤਾਂ ਦੀ ਪਾਰਟੀ ਆ, ਮਾਇਆਵਤੀ ਦਾ ਉੱਥੇ ਰਾਜ ਵੀ ਰਿਹਾ ਆ ਤੇ ਪਰ ਰਾਜ ਜਿਹੜਾ ਹੁਣ ਗਾਂਹ ਬਣਦਾ ਆ ਜਿਹੜਾ ਨਜ਼ਰ ਨਹੀਂ ਆ ਰਿਹਾ। ਸੋ ਰਾਜ ਗਾਂਹ ਬਣਾਉਣ ਦੇ ਚੱਕਰ ਵਿੱਚ, ਕੁਰਸੀ ਦੇ ਪਾਵਿਆਂ ਨੂੰ ਹੱਥ ਪਾਉਣ ਦੇ ਚੱਕਰ ਦੇ ਵਿੱਚ ਨਵੇਂ ਤੋਂ ਨਵੇਂ ਜਿਹੜੇ ਨਾਅਰੇ ਆ ਉਹ ਦਿੱਤੇ ਜਾ ਰਹੇ ਆ। ਸੋ ਹੁਣ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਇੱਕ ਨਵਾਂ ਨਾਅਰਾ ਇਹ ਦਿੱਤਾ ਆ ਕਿ ਯੂਪੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਤਾਂ ਸੱਤਾ ਵਿੱਚ ਆ ਸਕਦੀ ਆ, ਉਸ ਵਾਸਤੇ ਦਲਿਤ ਬ੍ਰਾਹਮਣ ਦੀ ਏਕਤਾ ਜਿਹੜੀ ਆ ਉਹ ਕਰਨੀ ਪਊਗੀ। ਉਹਨਾਂ ਨੇ ਕਿਹਾ ਕਿ ਜੇ ਸਾਡੀ ਪਾਰਟੀ ਸੱਤਾ ਵਿੱਚ ਆ ਗਈ, ਬਹੁਜਨ ਸਮਾਜ ਪਾਰਟੀ ਸਰਕਾਰ ਬਣੀ, ਤਾਂ ਦਲਿਤਾਂ ਦੇ ਨਾਲ ਨਾਲ ਬ੍ਰਾਹਮਣਾਂ ਦੇ ਉੱਤੇ ਵੀ ਕੋਈ ਜ਼ੁਲਮ ਜਿਹੜਾ ਆ ਨਹੀਂ ਹੋਣ ਦਿੱਤਾ ਜਾਊਗਾ ਤੇ ਬ੍ਰਾਹਮਣਾਂ ਦੇ ਉੱਤੇ ਜੋ ਅਤਿਆਚਾਰ ਹੋ ਰਹੇ ਆ ਉਹਨਾਂ ਦੇ ਮਾਮਲਿਆਂ ਦੀ ਸਰਕਾਰ ਜਿਹੜੀ ਆ ਉਹ ਜਾਂਚ ਕਰਾਊਗੀ ਜੀ। ਹੁਣ ਆਪਣੇ ਆਪ ਦੇ ਵਿੱਚ ਬੜੀ ਕਮਾਲ ਦੀ ਗੱਲ ਹੈ ਕਿ ਯੋਗੀ ਆਦਿੱਤਿਆਨਾਥ ਦਾ ਰਾਜ ਹੋਵੇ, ਜਿਹਨੂੰ ਕਿ ਉਹ ਹਿੰਦੂ ਰਾਜ ਕਹਿੰਦੇ ਆ, ਹਿੰਦੂ ਰਾਸ਼ਟਰ ਕਹਿੰਦੇ ਆ। ਸੋ ਯੋਗੀ ਆਦਿੱਤਿਆਨਾਥ ਦੇ ਰਾਜ ਦੇ ਵਿੱਚ ਦਲਿਤਾਂ ਦੇ ਨਾਲ ਨਾਲ ਬ੍ਰਾਹਮਣਾਂ ਦੇ ਉੱਤੇ ਵੀ ਜ਼ੁਲਮ ਹੋ ਰਿਹਾ ਮਾਇਆਵਤੀ ਦੇ ਕਹਿਣ ਦੇ ਮੁਤਾਬਕ। ਸੋ ਇੱਕ ਆਪਣੇ ਆਪ ਦੇ ਵਿੱਚ ਸਾਰਿਆਂ ਵਾਸਤੇ ਸ਼ਾਇਦ ਨਵੀਂ ਜਾਣਕਾਰੀ ਹੈ। ਹੁਣ ਤੱਕ ਦਲਿਤ ਆਪਣੀ ਅਧੋਗਤੀ ਵਾਸਤੇ ਅਖੌਤੀ ਉੱਚ ਜਾਤੀਆਂ ਨੂੰ ਦੋਸ਼ੀ ਠਹਿਰਾਉਂਦੇ ਆ ਰਹੇ ਆ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਉਹ ਬ੍ਰਾਹਮਣਾਂ ਦਾ ਨਾਂ ਲੈਂਦੇ ਆ ਕਿ ਸਾਰੇ ਅਸੂਲ ਜਿਹੜੇ ਇਹਨਾਂ ਨੇ ਬਣਾਏ ਆ ਕਿ ਸਾਡੇ ਨਾਲ ਵਿਤਕਰਾ ਜਿਹੜਾ ਆ ਕਿਵੇਂ ਹੋਵੇ, ਮੰਦਰਾਂ 'ਚ ਨਹੀਂ ਵੜਨ ਦੇਣਾ, ਕੋਈ ਵੇਦ ਨਹੀਂ ਸੁਣ ਸਕਦੇ, ਪੜ੍ਹ ਨਹੀਂ ਸਕਦੇ, ਜੇ ਤੁਰੇ ਫਿਰਦਿਆਂ ਦਾ ਛਾਪੇ ਮਗਰ ਬੰਨ੍ਹ ਕੇ ਘੁੰਮੋ, ਤੁਹਾਡਾ ਪੈਰ ਨਹੀਂ ਆਉਣਾ ਚਾਹੀਦਾ ਸਾਡੇ ਪੈਰ 'ਤੇ, ਪਿੱਟ ਹੋ ਜਾਂਦੇ ਆ। ਸੋ ਉਹਨਾਂ ਦੇ ਨਾਲ ਹੁਣ ਮਾਇਆਵਤੀ ਜਿਹੜੀ ਏਕਤਾ ਕਰਕੇ ਨਵਾਂ ਇਤਿਹਾਸ ਰਚਣ ਜਾ ਰਹੀ ਆ। ਦਲਿਤ ਖੁਦ ਵੀ ਸ਼ਾਇਦ ਹੈਰਾਨ ਹੋਣਗੇ ਕਿ ਦਲਿਤਾਂ ਦੇ ਮਸੀਹੇ ਜਿਹੜੇ ਉਹਨਾਂ ਲੋਕਾਂ ਦੇ ਨਾਲ ਬਗਲਗੀਰ ਹੋਣ ਲੱਗੇ ਆ, ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਆ ਕਿ ਉਹਨਾਂ ਨੇ ਹੀ ਦਲਿਤਾਂ ਨੂੰ ਇੱਥੇ ਤੱਕ ਪਹੁੰਚਾਇਆ ਜੀ। ਅਖੀਰ ਦੇ ਵਿੱਚ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਮੁਜ਼ੱਫਰਪੁਰ ਯੂਪੀ ਦੇ ਵਿੱਚ ਕਿਸਾਨਾਂ ਦੇ ਹੋਏ ਲੱਖਾਂ ਦੇ ਇਕੱਠ ਤੋਂ ਬਾਅਦ ਕਿਸਾਨ ਹੌਸਲੇ ਵਿੱਚ ਆ। ਮੁਜ਼ੱਫਰਪੁਰ ਯੂਪੀ ਦੇ ਵਿੱਚ ਇਕੱਠ ਐਡਾ ਵੱਡਾ ਸੀਗਾ ਕਿ ਅੰਗਰੇਜ਼ੀ ਦੀਆਂ ਪ੍ਰਮੁੱਖ ਅਖਬਾਰਾਂ ਨੇ ਆਪਣੀਆਂ ਸੁਰਖੀਆਂ ਦੇ ਵਿੱਚ ਲੱਖਾਂ ਲੋਕਾਂ ਦਾ ਇਕੱਠ ਦੱਸਿਆ। ਕੋਈ ਛੋਟੀ ਗੱਲ ਨਹੀਂ। ਅੰਗਰੇਜ਼ੀ ਅਖਬਾਰਾਂ ਭਾਰਤ ਦੀਆਂ ਜਿਹੜੀਆਂ ਕੌਮੀ ਅਖਬਾਰਾਂ ਆ ਛੇਤੀ ਕੀਤੇ ਐਡੇ ਇਕੱਠ ਨੂੰ, ਲੱਖਾਂ ਦਾ ਇਕੱਠ ਜਿਹੜਾ ਦੱਸਦੀਆਂ ਨੇ, ਉਹ ਵੀ ਖਾਸ ਕਰਕੇ ਹੈਡਲਾਈਨਸ ਦੇ ਵਿੱਚ, ਸੁਰਖੀਆਂ ਦੇ ਵਿੱਚ। ਵਾਕਈ ਇਕੱਠ ਜਿਹੜਾ ਬਹੁਤ ਵੱਡਾ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਹੌਸਲੇ 'ਚ ਹੋਏ ਕਿਸਾਨਾਂ ਨੇ
ਕਰਨਾਲ ਹਰਿਆਣੇ ਵੱਲ ਰੁਖ ਕੀਤਾ, ਮਿੰਨੀ ਸਕੱਤਰਤ ਘੇਰਿਆ। ਮੰਗਾਂ ਉਹੀ ਸੀਗੀਆਂ ਕਿ ਜਿਹੜਾ SDM ਜਿਹਨੇ ਕਿ ਬੀਤੇ ਦਿਨੀ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦਿੱਤੇ ਸੀਗੇ, ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ, ਉਹਨੂੰ ਚਾਰਜ ਕੀਤਾ ਜਾਵੇ। ਸੋ ਕਿਸਾਨ ਆਗੂਆਂ ਨੇ ਉੱਥੇ ਜਿਹੜਾ ਮਿੰਨੀ ਸਕੱਤਰਤ ਘੇਰਿਆ। ਇਸ ਮੌਕੇ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ, ਪਾਣੀ ਦੀਆਂ ਵਿਛਾੜਾਂ ਵੀ ਵੱਜੀਆਂ, ਪਰ ਮਿੰਨੀ ਸਕੱਤਰਤ ਅੱਗੇ ਅਣਮਿੱਥੇ ਸਮੇਂ ਦੇ ਵਾਸਤੇ ਕਿਸਾਨ ਜਿਹੜੇ ਆ ਉਹ ਧਰਨੇ 'ਤੇ ਬਹਿ ਗਏ ਆ। ਜਿਹੜੀ ਜਾਣਕਾਰੀ ਉੱਥੋਂ ਮਿਲ ਰਹੀ ਆ ਉਹ ਤੋਂ ਇਹ ਪਤਾ ਲੱਗਾ ਕਿ 2 ਲੱਖ ਦੇ ਕਰੀਬ ਕਿਸਾਨ ਨੇ ਜਿਨ੍ਹਾਂ ਨੇ ਕਰਨਾਲ ਦਾ ਮਿੰਨੀ ਸਕੱਤਰ ਇਸ ਵੇਲੇ ਘੇਰਿਆ ਹੋਇਆ ਆ, ਅਤੇ ਉਹ ਕਹਿੰਦੇ ਵੀ ਅਸੀਂ ਆਪਣਾ ਕੱਪੜਾ ਲੀੜਾ ਅਤੇ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਆਏ ਹੋਏ ਆ, ਅਤੇ ਇਹ ਹੁਣ ਮੰਗਾਂ ਅਸੀਂ ਮਨਵਾ ਕੇ ਹੀ ਇੱਥੋਂ ਉੱਠਣਾ ਆ। ਜਿਸ ਹਿਸਾਬ ਦੇ ਨਾਲ ਹਰਿਆਣਾ ਸਰਕਾਰ ਦੇ ਉੱਤੇ ਦਬਾਅ ਬਣਿਆ ਹੋਇਆ ਆ, ਜਾਪਦਾ ਆ ਕਿ ਉਹਨੂੰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨਣੀਆਂ ਹੀ ਪੈਣਗੀਆਂ। ਕਿਸਾਨ ਸੰਘਰਸ਼ ਜਿਹੜਾ ਆ ਉਹ ਲੰਮਾ ਹੋ ਰਿਹਾ ਆ, ਪਰ ਫਿਰ ਵੀ ਕਿਸਾਨ ਜਿਹੜੇ ਆ ਇਕੱਠੇ ਹੋ ਕੇ ਕਦੀ ਪੰਜਾਬ, ਕਦੀ UP, ਕਦੀ ਹਰਿਆਣੇ, ਦਿੱਲੀ ਦਾ ਪੱਕੇ ਤੌਰ ਦੇ ਉੱਤੇ ਬੈਠੇ ਆ, ਲੱਗੇ ਹੋਏ ਆ। ਵਿੱਚ ਵਿਚਾਲੇ ਜਿਹੜੇ ਕਈ ਵਾਰੀ ਉਹਨਾਂ ਦੇ ਲੀਡਰ ਹੈਗੇ ਆ ਉਹ ਗੱਲ ਜਿਹੜੀ ਆ ਉਹ ਨਰਮ ਕਰ ਜਾਂਦੇ ਆ, ਪਰ ਕਿਸਾਨਾਂ ਦੇ ਰੋਹ ਦੇ ਵਿੱਚ, ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਕੋਈ ਵੀ ਜਿਹੜਾ ਜੋਸ਼ ਆ ਉਹ ਮੱਠਾ ਨਹੀਂ ਪੈ ਰਿਹਾ, ਅਤੇ ਉਹ ਆਪਣੀਆਂ ਖੇਤੀ ਬਿੱਲ ਰੱਦ ਕਰਾਉਣ ਦੇ ਵਾਸਤੇ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਆ, ਅਤੇ ਇਹੀ ਵਾਰ-ਵਾਰ ਕਹਿ ਰਹੇ ਆ ਕਿ ਅਸੀਂ ਖੇਤੀ ਬਿੱਲ ਰੱਦ ਕਰਾਏ ਤੋਂ ਬਿਨਾਂ ਵਾਪਸ ਨਹੀਂ ਜਾਣਾ। ਕਰਨਾਲ ਵਾਲਾ ਮੋਰਚਾ ਜਿਹੜਾ ਹੁਣ ਨਵਾਂ ਵਿੱਚ ਐਡ ਹੋ ਗਿਆ ਹੈ ਜੀ। ਇੱਥੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਵਾਪਸ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।